ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਝੇੜਾ ਚੱਲ ਰਿਹਾ ਹੈ ਰਾਂਝੇ ਤੇ ਮੁੱਲਾਂ ਦੇ ਵਿਚਕਾਰ, ਤੇ ਰਾਂਝੇ ਨੇ ਖਰੀਆਂ ਖਰੀਆਂ ਸੁਣਾਈਆਂ ਉਸ ਨੂੰ ਕਿਹਾ ਕਿ ਸਮਾਜ ਨੂੰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠ ਕੇ ਤੇ ਬਸ ਐਸੇ ਹੀ ਚੱਕਰ 'ਚ ਰਹਿੰਦੇ ਹੋ, ਕਿਹੜਾ ਮਰਦਾ ਤੇ ਕਿਹੜਾ ਜਿਉਂਦਾ ਹੈ। ਔਰ ਉਸ ਮਰਨ ਜਿਉਣ ਦੇ ਨਾਲ ਤੁਹਾਨੂੰ ਕੋਈ ਸरोकार ਨਹੀਂ, ਤੁਹਾਨੂੰ ਹੈ ਆਪਣੇ ਢਿੱਡ ਦੇ ਨਾਲ, ਆਪਣੀਆਂ ਰੋਟੀਆਂ ਦੇ ਨਾਲ ਜਿਹੜਾ ਹੈ ਉਹਦੀ ਫਿਕਰ ਹੈ। ਤੁਹਾਨੂੰ ਇਨਸਾਨਾਂ ਦਾ ਜਿਹੜਾ ਹੈ ਉਹ ਕੀ ਫਿਕਰ ਹੈ? ਕੋਈ ਫਿਕਰ ਨਹੀਂ ਹੈ। ਤੇ ਆਓ ਹੁਣ ਵੇਖਦੇ ਹਾਂ ਕਿ ਮੁੱਲਾ ਅੱਗੋਂ ਕਿਸ ਤਰ੍ਹਾਂ ਘੁੰਮਦਾ ਹੈ। ਤੇ ਇਹ ਅਸੀਂ ਸੁਣਨੇ ਆ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਫਿਰ ਇਸ ਤੇ ਗੱਲ ਕਰਨੀ ਆ। ਮੁੱਲਾ ਆਖਿਆ ਨਾ ਮਕੂਲ ਜੱਟਾ, ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈ। ਫਜਰ ਹੁੰਦੀ ਥੋਂ ਅੱਗੇ ਉੱਠੀ ਇਥੋਂ, ਸਿਰ ਕੱਜ ਕੇ ਮਸਜਿਦੋਂ ਨਿਕਲੇ ਜਾਈ। ਕਰ ਰੱਬ ਦੇ ਨਾਲ ਨਾ ਬਣ ਝੇੜਾ, ਅਜ਼ ਗੈਬ ਦੀਆਂ ਹੁਜੀਤਾਂ ਨਾ ਉਠਾਈ। ਵਾਰਿਸ ਸ਼ਾਹ ਖੁਦਾ ਦੇ ਖੰਨਿਆਂ ਨੂੰ ਇਹ ਮੁੱਲਾਂ ਵੀ ਚੰਬੜੇ ਹੈਨ ਬਲਾਈ। ਮੁੱਲਾ ਆਖਿਆ ਨਾ ਮਾਕੂਲ ਜੱਟਾ, ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈ। ਫਜਰ ਹੁੰਦੀ ਥੋਂ ਅਗਦੋਂ ਹੋਈ ਉੱਠ ਇਥੋਂ, ਸਿਰ ਕੱਜ ਕੇ ਮਸਜਿਦੋਂ ਨਿਕਲ ਜਾਈ। ਘਰ ਰੱਬ ਦੇ ਨਾਲ ਨਾ ਬੰਨ ਝੇੜਾ, ਅਜ਼ ਗੈਬ ਦੀਆਂ ਹੁਜਤਾਂ ਨਾ ਉਠਾਈ। ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਤੇ ਚਮੜੇ ਹੈਣ ਬਲਾਈ। ਲਓ ਜੀ, ਹੁਣ ਮੁੱਲਾਂ ਜੀ ਵਾਰਿਸ ਸ਼ਾਹ ਹੋਰਾਂ ਨੇ ਪੂਰੀ ਗੱਲ ਜਿਹੜੀ ਹੈ ਉਹ ਖੋਲ ਦਿੱਤੀ ਹੈ, ਔਰ ਉਸ ਦਾ ਜਿਹੜਾ ਹੈ ਤੱਤ ਸੱਚ ਜਿਹੜਾ ਉਹ ਵੀ ਕੱਢ ਕੇ ਜਿਹੜਾ ਹੈ ਉਹ ਸਾਹਮਣੇ ਰੱਖਤਾ ਹੈ। ਮੁੱਲਾ ਜੀ ਨੂੰ ਕੋਈ ਜਵਾਬ ਨਹੀਂ ਆਇਆ, ਰਾਂਝੇ ਦੇ ਕਿਸੇ ਸਵਾਲ ਦਾ ਉਸਨੇ ਕੋਈ ਜਵਾਬ ਨਹੀਂ ਦਿੱਤਾ। ਤੇ ਹੁਣ ਉਹ ਜਿਸ ਵੇਲੇ ਉਸਨੇ ਵੇਖਿਆ ਕਿ ਹੁਣ ਜਿਹੜਾ ਮੇਰਾ ਇਲਮ ਹੈ ਇਹ ਖੇਰੂ ਹੋ ਰਿਹਾ, ਲੋਕਾਂ ਨੂੰ ਜਿਹੜਾ ਹੈ ਉਹ ਇਹ ਸਾਰ ਹੁੰਦੀ ਜਾ ਰਹੀ ਹੈ ਕਿ ਮੈਂ ਜਿਹੜਾ ਹੈ ਉਹਨਾਂ ਦੇ ਲਾਭ ਦੀ ਗੱਲ ਨਹੀਂ ਕਰਦਾ, ਉਹਨਾਂ ਦੇ ਭਲੇ ਦੀ ਗੱਲ ਨਹੀਂ ਕਰਦਾ। ਸੋ ਉਹ ਹੁਣ ਉਸਨੇ ਇਸ ਝੇੜੇ ਨੂੰ ਜਿਹੜਾ ਹੈ ਉਹ ਮੁਕਾਇਆ ਕਿਸ ਤਰ੍ਹਾਂ ਹੈ। ਔਰ ਇਹ ਨਹੀਂ ਹੈ ਕਿ ਉਹਨੇ ਮੰਨਿਆ ਨਹੀਂ ਕਿ ਮੈਨੂੰ ਇਹ ਜਿਹੜੀਆਂ ਗੱਲਾਂ ਨੇ ਨਹੀਂ ਆਉਂਦੀਆਂ, ਜਾਂ ਬਲਕਿ ਉਸ ਨੇ ਉਸ ਨੂੰ ਨਾਮਾਕੂਲ ਕਿਹਾ, ਯਾਨੀ ਕਿ ਰੰਝ ਨੂੰ ਫੇਰ ਵੀ ਉਸ ਨੇ ਬੇਵਕੂਫ ਕਿਹਾ, ਮੂਰਖ ਕਿਹਾ। तो मुला आख्या नामाकूल जट्टा फर्ज कज के रात गुजार जाई। उसने फिर भी उसके पहनावे की गल की है। फर्ज कजना होंदा कि ये जड़ियाँ जरूरी चीज़ां ढांपणियां होंदियां ने ना, उन्होंने ढकिया जाए, ये कहते हैं फर्ज, इसनूं कहते हैं फर्ज कजना। तो उसने कहा कि ये जड़ियाँ तेरियां शैवां नंगियां ने ना, इन्हों ढक के जड़ा ना तू इत्थे रात गुजार लै, पर फजर होने तो पहला पहला जड़ा ना तू इत्थों जड़ा ना निकल जाना है। अगों नाल उसने कहा कि तू वो गल्लां जड़ियां ने सुना रहा है जड़ियां अज तक कदी किसी ने किसी दे कोलों नहीं सुनिया। इनू कहंदे ने अज गैब दियां हुजतां उठाना, यानी कि जिहड़ी गल ना होवे वो गल बना के जिहड़ी है वो पेश करनी, या जिहड़ी गल किसी ने ना सुनी होवे वो गल सुनानी जिहड़ी है उन्होंने कहंदे ने अज गैब दियां हुजतां उठाना। ते अगों वारिस शाह होरां ने इस पूरी जिहड़ी बहस है इस नूं मुकांदियां होइयां जिहड़ी गल कीती है वो ये है कि वारिस शाह खुदा दे खानियां नूं ये मुल्लां ते चमड़े हैण बलाए। ये है हुण वारिस शाह दा भेत जिहड़ा कि उन्होंने इस आखिरी लाइन दे विच जिहड़ा है बयान करता। पहला उसने डायलैक्टिकली ये सारा मामला जिहड़ा है निबेड़िया है, रांझे ते मुल्लां दे विचकार उसने मुकालमा करवाया है। रांझे ने सवाल चुके ने और उन्हें उन्होंने सवालों का कोई जवाब नहीं दिता।
ਤੋਂ ਮਸਲਾ ਹੁਣ ਇਹ ਬਣਿਆ ਕਿ ਜਿਹੜੀ ਮੌਲਵੀ ਦੀ ਸ਼ਖਸੀਅਤ ਹੈ, ਮੁੱਲਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਕੀ ਹੈ। ਵਾਰਿਸ ਸ਼ਾਹ ਨੇ ਉਸ ਸ਼ਖਸੀਅਤ ਨੂੰ ਬਲਾ ਕਿਹਾ ਹੈ। ਹੁਣ ਮਿਥਿਆਸ ਵਿੱਚ ਜਿਹੜੀ ਬਲਾ ਵੇ ਇਹ ਇੱਕ ਐਸਾ ਖਿਆਲ ਹੈ, ਇੱਕ ਐਸਾ ਖਿਆਲੀ ਸ਼ਖਸੀਅਤ ਹੈ ਜਿਹਦੇ ਪੈਰ ਪਿਛਾ ਨੂੰ ਹੁੰਦੇ ਨੇ। ਯਾਨੀ ਕਿ ਬਲਾ ਜਿਹੜੀ ਹੈ ਉਹਦੀ ਜਿਹੜੀ ਪਹਿਚਾਣ ਦੱਸੀ ਗਈ ਹੈ ਉਹ ਇਹ ਵੇ ਕਿ ਉਸ ਦੇ ਪੈਰ ਪਿਛਾ ਨੂੰ ਹੁੰਦੇ ਨੇ। ਯਾਨੀ ਕਿ ਉਹ ਪਿੱਛੇ ਵੱਲ ਨੂੰ ਸਫ਼ਰ ਕਰਦੀ ਹੈ, ਉਹ ਅੱਗੇ ਵੱਲ ਨੂੰ ਸਫ਼ਰ ਨਹੀਂ ਕਰਦੀ। तो शायरी की जुबान दे विच वारिस शाह के नज़दीक, वारिस शाह जैसे सूझवानों के नज़दीक वो सोचा जड़ियाँ पिछे नूं सफ़र करदियां ने, वो सुसाइटी लई समाज लई बला हुंदियां ने, क्योंकि वो सुसाइटी नूं जिहड़ा है वो स्टैगनेंट रखना चाहुंदियां ने, इक्को जगह ते रखना चाहुंदियां ने, स्टेटस को दियां हामी हुंदियां ने। जद कि असीं अगे सारी गल ते बहस कर चुके हाँ कि हर चीज़ जिहड़ी है वो अगां वल नूं वधदी है। सो मादे के अंदर इरतका है, बधोतरी है, और जिस वेले मीनस ऑफ प्रोडक्शन के अंदर तब्दीली आती है, सोचों के अंदर तब्दीली आती है, ख्यालात के अंदर तब्दीली आती है, वो नाल फिर बंदे के अपने अंदर भी तब्दीली आती है। जिस वेले बंदियां के अंदर तब्दीली आती है, समाज के अंदर तब्दीली आती है। तो जोड़े लोग ये गल कहते हैं कि नहीं जो चल रहा है ये भी इहो ठीक है, तो इसनूं कहते हैं स्टेटस को, यानी कि जो है उस ते ही राजी रहना। पर कुछ लोग ये कहते हैं कि नहीं सानू अगे वधना चाहिए, जिहड़ियां साडीआं लोड़ां ने थोड़ा ने उन्हां दी पूर्ति लई जिहड़ा है जो अज दी मंग है, जो साइंस टैक्नोलॉजी दी मंग है उहदे नाल जिहड़ा है वो चलना चाहिए है। तो इस वक्त जिहड़ी साडे समाज दे विच जिहड़ी लड़ाई है और इत्थे जिहड़े धड़े अपनी होंद दे विच आए ने उन्हां विचों जिहड़ा मुलाइया दा धड़ा है वो साडे लई बड़ा जिहड़ा ना मसला बनिया होया है। इत्थे कोई भी जिहड़ी लहर शुरू हुंदी है जिहड़ी समाज नूं अगे वधाउण वाली हुंदी है उस दे सामने जिहड़ी स्टेट है वो मौलवी नूं मुनज़म करके उस दे सामने जिहड़ा है वो खड़ा कर दिंदी है। तो लिहाजा वो जिहड़ा साडा अगे दा सफ़र है वो रुक जाता है। सो ये वारिस शाह जिहड़ा है उस 18वीं सदी दे विच गल लिख रहा है, लेकिन ये 200 साल गुजरन के बावजूद भी साडी इस मुल्लां दे कोलों जिहड़ी है वो जान जिहड़ी है वो नहीं छड्डी। हालांकि ये साइंस टैक्नोलॉजी के अंदर और खुद साडे समाज के अंदर बहुत सारिया तब्दीलियां आ गई ने, लेकिन एक जिहड़ी बुनियादी तब्दीली है साडी सोच के अंदर वो नहीं आई, और वो है अगा वधन दी अगा वधना जिहड़ा है उस दे बारे च। हालांकि असी पूरी दुनिया नूं देख रहे हैं कि पूरी दुनिया हुण वो उवें दी नहीं रही, बदल चुकी है। अज तो 100 साल पहले 50 साल पहले जिहड़ी दुनिया सी अज वो नहीं रही। साडा आल दुआला भी उंज दा नहीं रहा, साडे घर मकान जिहड़े ने वो भी उंज दे नहीं रहे। असी चीज़ां ते जदीद इस्तेमाल कर रहे हैं, जदीद टैक्नोलॉजी का इस्तेमाल कर रहे हैं, पर जहनी तौर पर असी अज भी जिहड़ा है 200 साल जिहड़ा है वो पिछे हाँ और उस तरह ही सोचने हाँ जिस तरह ये वारिस शाह दा मुल्ला जिहड़ा है वो सोचता पिया है। और उस वेले मुल्ला जिन्ना खौफनाक सी उस तो दूना तीना हो के मुल्ला अज साडे समाज लई जिहड़ा है वो खौफनाक बनिया है। साडियां सोचां दे उत्ते जिहड़ा है वो डांग लैके जिहड़ा है वो चढ़िया होया है। ये असी देखने कि पिछले दिनों एक इछरा बाजार के एक वाकया होया है। वो वाकया तुसीं सारे ही जानू हो कि एक औरत ने जिहड़ा है एक अरबी ब्रांड जिहड़ा है अरबी ब्रांड का कपड़ा पाया होया है और जिहदे उत्ते जिहड़ा कैलीग्राफी की सूरत दे विच हलवा लफज लिखिया है, और हलवा जिहड़ा है अरबी जुबान दे विच उस खूबसूरती नूं जिहड़ा है वो कहा जाता है, और उत्थों दी एक कंपनी है जिसने उसनूं डिज़ाइन किया है। बस एक मुल्ला ने उसनूं देख लिया और फिर उसने उसनूं घेर लिया और इस उत्ते उसने रौला पाता कि एक कुरानी आयतां दी जिहड़ी है औरत बेहुरमती कर रही है। किसी बंदे ने उसके कंटेंट के उत्ते गौर नहीं किया, बस उसने मुल्लां दी जिहड़ी गल है उसनूं मुख रख के उसका घेराव कर लिया। बहरहाल उत्थे पुलिस आई और उसनूं लैके जिहड़ा है वो उत्थों निकल गई। पर यह गल जिहड़ी है ये ते फिर स्पष्ट होके वाज़े होके बिल्कुल सामने आ गई कि वो हर वेले जिहड़ा है साडी हर हरकत के उत्ते जिहड़ा मुल्ला है उसकी नज़र है और उस सुसाइटी नूं जिहड़ा है वो वाच कर रहा है। ये जिहड़ा इन्ना अमल दखल है साडी जिंदगी दे विच मुल्ला नूं वो किहने दिता है। ये असी पहले भी तुहानूं दस आए हैं कि औरंगजेब आलमगीर दे वेले दे विच औरंगजेब ने चूंकि मजहबी कार जिहड़ा है उसनूं इस्तेमाल किया अपने भरावां दे खिलाफ, और वो फिर सल्तनत दे विच पहली दफ़ा बाकायदा तौर से उसने मुलायत नूं जिहड़ा है वो दाखिल किया
ਇਸੇ ਤਰ੍ਹਾਂ ਹੀ 5 ਜੁਲਾਈ 1977 ਦੇ ਬਾਅਦ ਜਿਸ ਵੇਲੇ ਮਾਰਸ਼ਲ ਐਡਮਿਨਿਸਟ੍ਰੇਟਰ ਜ਼ਿਆਉਲ ਹੱਕ ਨੇ ਗੈਰ ਆਇਨੀ ਤੌਰ ਤੇ ਇੱਥੇ ਇੱਕ ਮੁੰਤਖਬ ਹੁਕੂਮਤ ਨੂੰ ਖਤਮ ਕਰਕੇ ਇੱਥੇ ਕਬਜ਼ਾ ਕੀਤਾ ਤੇ ਉਸ ਨੇ ਵੀ ਮਜ਼ਹਬੀ ਕਾਰਡ ਇਸਤੇਮਾਲ ਕੀਤਾ ਔਰ ਬਾਕਾਇਦਾ ਤੌਰ ਤੇ ਉਹ ਮੁਲਾਇਤ ਨੂੰ ਜਿਹੜਾ ਹੈ ਉਹ ਸਟੇਟ ਦੇ ਵਿੱਚ ਉਸ ਨੇ ਇਸ ਨੂੰ ਐਂਟਰ ਕਰਦਾ ਔਰ ਇਸ ਦਾ ਅਮਲ ਦਖਲ ਵਧਾਤਾ। ਦੂਸਰਾ, ਜਿਸ ਵੇਲੇ ਅਫਗਾਨ ਜਹਾਦ ਦੇ ਖਿਲਾਫ ਅਮਰੀਕਾ ਨੂੰ ਲੋੜ ਪਈ ਤੇ ਉਸ ਨੇ ਬਾਕਾਇਦਾ ਇੱਥੇ ਜਿਹੜਾ ਹੈ ਆਪਣਾ ਮਦਰਸੇ ਉਸਾਰੇ ਔਰ ਬਾਕਾਇਦਾ ਇਦਾਰੇ ਬਣਾਏ, ਮੁਜਾਹਿਦੀਨ ਜਿਹੜੇ ਨੇ ਉਹਨਾਂ ਦੀ ਉਸਾਰੀ ਕੀਤੀ, ਜਿਨ੍ਹਾਂ ਨੇ ਔਰ ਸਾਡੀ ਸਮਾਜ ਦੀ ਰਗ ਰਗ ਦੇ ਵਿੱਚ ਜਿਹੜਾ ਹੈ ਉਹ ਜਹਾਦੀ ਤਨਜ਼ੀਮਾਂ ਔਰ ਜਹਾਦੀ ਕਨਸੈਪਟ ਔਰ ਮਜ਼ਹਬ ਜਿਹੜਾ ਹਰ ਮਾਮਲੇ ਦੇ ਵਿੱਚ ਜਿਹੜਾ ਹੈ ਮਜ਼ਹਬ ਨੂੰ ਇਸਤੇਮਾਲ ਕਰਨ ਦੀ ਜਿਹੜੀ ਰੀਤ ਹੈ ਉਹ ਤੁਰ ਪਈ। ਜ਼ਕਾਤ و ਸਲਾਦ ਕਮੇਟੀਆਂ ਬਣਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਸੀਤਾਂ ਤੱਕ ਲੈ ਜਾਣ ਦੀ ਜਿਹੜੀ ਲਹਿਰ ਹੈ ਉਹ ਤੁਰ ਪਈ, ਜਿਸ ਦੀ ਵਜ੍ਹਾ ਤੋਂ ਜਿਹੜਾ ਸਾਡਾ ਸਮਾਜ ਹੈ ਉਹ ਜਗਤ ਤੋਂ ਪਿੱਛੇ ਹੀ ਤਰਫ ਜਿਹੜਾ ਨਾ ਸਫ਼ਰ ਕਰਦਾ ਪਿਆ ਸੀ। ਔਰ ਉਸ ਦੀ ਜਿਹੜੀ ਵਜ੍ਹਾ ਹੈ ਵਾਰਿਸ ਸ਼ਾਹ ਹੋਰਾਂ ਨੇ ਸਾਨੂੰ ਦੱਸ ਦਿੱਤੀ ਹੈ ਕਿ ਸਾਡਾ ਜਿਹੜਾ ਵਾਹ ਹੈ ਉਹ ਬਲਾਵਾਂ ਦੇ ਨਾਲ ਹੈ। ਸੋ ਜਦ ਤੱਕ ਇਹ ਬਲਾਵਾਂ ਜਿਹੜੀਆਂ ਨੇ ਇਹ ਮੁਕਤ ਨਹੀਂ ਹੁੰਦੀਆਂ ਇਹਨਾਂ ਕੋਲੋਂ ਛੁਟਕਾਰਾ ਨਹੀਂ ਪਾਇਆ ਜਾਂਦਾ, ਉਨੀ ਦੇਰ ਤੱਕ ਜਿਹੜਾ ਹੈ ਸਾਡਾ ਸਮਾਜ ਜਿਹੜਾ ਹੈ ਉਹ ਅੱਗੇ ਨਹੀਂ ਵੱਧ ਸਕਦਾ। ਦੁਨੀਆ ਦੇ ਕਿਸੇ ਵੀ ਸਮਾਜ ਦੀ ਤਾਰੀਖ ਜਿਹੜੀ ਹੈ ਤੁਸੀਂ ਚੁੱਕ ਕੇ ਦੇਖ ਲਓ, ਉਹਨਾਂ ਨੇ ਜਦ ਤੱਕ ਇਸ ਬਲਾ ਤੋਂ ਛੁਟਕਾਰਾ ਨਹੀਂ ਪਾਇਆ। ਇੱਕ ਵੇਲਾ ਸੀ ਕਿ ਯੂਰਪ ਜਿਹੜਾ ਸੀ ਉਹ ਡਾਰਕ ਏਜ ਦੇ ਵਿੱਚ ਰਹਿੰਦਾ ਸੀ। ਉਹ ਡਾਰਕ ਏਜ ਕੀ ਸੀ? ਉਹ ਜਿਹੜੀ ਸੀ ਪਾਦਰੀ ਦੀ ਜਿਹੜੀ ਹੈ ਇਜਾਰਾਦਾਰੀ ਸੀ, ਉੱਥੇ ਜਿਹੜਾ ਗਿਰਜਾ ਸੀ ਉਹ ਪ੍ਰਧਾਨ ਸੀ ਔਰ ਸਿਆਸਤ ਦੇ ਵਿੱਚ ਉਸ ਦਾ ਅਮਲ ਦਖਲ ਸੀ ਔਰ ਜਿਹੜੇ ਬਾਦਸ਼ਾਹ ਸਨ ਉਹ ਵੀ ਉਹਨਾਂ ਨੂੰ ਮਜ਼ਬੂਤ ਬਣਾਉਂਦੇ ਸਨ, ਤਗੜੇ ਬਣਾਉਂਦੇ ਸਨ, ਜਿਹਦੀ ਵਜ੍ਹਾ ਤੋਂ ਯੂਰਪ ਜਿਹੜਾ ਹੈ ਹਨੇਰੇ ਦੇ ਵਿੱਚ ਰਿਹਾ। ਫਿਰ ਉੱਥੇ ਰੈਨੀਸਾਂਸ ਦੀ ਲਹਿਰ ਚੱਲੀ, ਯਾਨੀ ਕਿ ਜਿਹੜੇ ਅਲੂਮ ਨੇ, ਇਲਮ ਜਿਹੜੇ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਫਰੋਲਣ ਦੀ ਜਿਸ ਵੇਲੇ ਲਹਿਰ ਚੱਲੀ ਤੇ ਉਸ ਲਹਿਰ ਦੇ ਤੱਤ ਦੇ ਵਿੱਚ ਫਿਰ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ। ਜਿਸ ਤਰ੍ਹਾਂ ਇੱਥੇ ਵਾਰਿਸ ਸ਼ਾਹ ਦਾ ਰਾਂਝਾ ਜਿਹੜਾ ਹੈ ਉਹ ਮੁੱਲਾਂ ਦੇ ਸਾਹਮਣੇ ਜਿਹੜਾ ਹੈ ਉਹ ਸਵਾਲ ਜਿਹੜਾ ਨੇ ਚੁੱਕਦਾ ਹੈ ਕਿ ਸਾਨੂੰ 10 ਨਮਾਜ਼ ਹੈ ਕਾਸ ਦੀ ਜੀ, ਕਾਸ ਨਾਲ ਬਣਾ ਕੇ ਸਾਰਿਆਂ ਨੇ, ਕੰਨ ਨੱਕ ਨਮਾਜ਼ ਦੇ ਹੈਣ ਕਿੰਨੇ, ਮੱਥੇ ਕਿੰਨਾਂ ਦੇ ਧੁਰੋਂ ਇਹ ਮਾਰੀਆਂ ਨੇ। ਸੋ ਇਸ ਵਨ ਦੇ ਜਿਹੜੇ ਸਵਾਲ ਨੇ ਉਹ ਯੂਰਪ ਦੇ ਵਿੱਚ ਜਿਸ ਵੇਲੇ ਉੱਠੇ ਤੇ ਉੱਥੇ ਇੱਕ ਅਕਲ ਦੀ ਲਹਿਰ ਚੱਲੀ। ਅਕਲ ਦੇ ਨਾਲ ਦਾਨਿਸ਼ ਦੇ ਨਾਲ ਚੀਜ਼ਾਂ ਨੂੰ ਵੇਖਣ ਦੀ ਜਿਹੜੀ ਨਾ ਉਹਨਾਂ ਨੇ ਪਿਰਤ ਪਾਈ, ਜਿਸ ਦੇ ਤੱਤ ਦੇ ਵਿੱਚ ਉਹ ਇਸ ਨਤੀਜੇ ਤੇ ਪਹੁੰਚੇ ਕਿ ਜਦ ਤੱਕ ਧਰਮ ਨੂੰ ਜਿਹੜਾ ਹੈ ਸਿਆਸਤ ਤੋਂ ਵੱਖ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਅਸੀਂ ਜਿਹੜਾ ਹੈ ਤਰੱਕੀ ਨਹੀਂ ਕਰ ਸਕਦੇ, ਉਨੀ ਦੇਰ ਤੱਕ ਅਸੀਂ ਅੱਗੇ ਨਹੀਂ ਵੱਧ ਸਕਦੇ। ਤੇ ਇੱਕ ਵੇਲਾ ਆਇਆ ਕਿ ਫਿਰ ਉਹਨਾਂ ਨੇ ਮੁਕੰਮਲ ਤੌਰ ਤੇ ਜਿਹੜਾ ਹੈ ਧਰਮ ਨੂੰ ਜਿਹੜਾ ਹੈ ਉਹ ਸਟੇਟ ਤੋਂ ਅਲੱਗਾ ਕਰ ਦਿੱਤਾ ਔਰ ਫਿਰ ਉਹਨਾਂ ਨੇ ਸਿਆਸੀ ਅੰਦਾਜ਼ ਦੇ ਨਾਲ ਜਿਸ ਵੇਲੇ ਆਪਣੇ ਕੰਮਕਾਰ ਜਿਸ ਵੇਲੇ ਚਲਾਏ ਤੇ ਫਿਰ ਉਹ ਦੁਨੀਆ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਆਪਣੀ ਰਾਜ ਹੈ ਉਹ ਕਾਇਮ ਕਰ ਲਿਆ। ਅਕਲ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਹਰ ਪਾਸੇ ਜਿਹੜੀਆਂ ਨੇ ਫੈਲਣੀਆਂ ਸ਼ੁਰੂ ਹੋ ਗਈਆਂ ਔਰ ਲੋਕਾਂ ਨੂੰ ਰੌਸ਼ਨੀ ਆਣੀ ਸ਼ੁਰੂ ਹੋ ਗਈ। ਇਹ ਰੌਸ਼ਨੀ ਜਿਹੜੀ ਹੈ ਇਹ ਸਾਡੇ ਵੱਲ ਵੀ ਉਸਨੇ ਸਫ਼ਰ ਕੀਤਾ, ਪਰ ਜਿਹੜੇ ਇੱਥੋਂ ਦੇ ਸਾਡੇ ਹੁਕਮਰਾਨ ਸਨ ਉਹਨਾਂ ਨੇ ਇਸ ਸਫ਼ਰ ਦੇ ਅੱਗੇ ਇਹਨਾਂ ਬਲਾਵਾਂ ਦਾ ਜਿਹੜਾ ਬੰਦ ਹੈ ਉਹਨਾਂ ਨੂੰ ਮੁਨਜ਼ਮ ਕਰਕੇ ਸਾਡੇ ਆਲੇ ਦੁਆਲੇ ਜਿਹੜਾ ਹੈ ਇਹਨਾਂ ਨੂੰ ਖੜਾ ਕੀਤਾ ਹੋਇਆ ਹੈ, ਜਿਹਦੇ ਕਾਰਨ ਜਿਹੜਾ ਹੈ ਅਸੀਂ ਆਪਣਾ ਆਜ਼ਾਦੀ ਦੇ ਨਾਲ ਸੋਚ ਵੀ ਨਹੀਂ ਸਕਦੇ, ਆਜ਼ਾਦੀ ਦੇ ਨਾਲ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ। ਯਾਨੀ ਕਿ ਇਹ ਸਾਡਾ ਸਮਾਜ ਉਸ ਥਾਂ ਤੇ ਖੜਾ ਹੈ ਜਿੱਥੇ ਅਸੀਂ ਆਜ਼ਾਦੀ ਦੇ ਨਾਲ ਆਪਣੀ ਗੱਲ ਵੀ ਨਹੀਂ ਕਰ ਸਕਦੇ। ਤਬਦੀਲੀ ਜਿਹੜੀ ਹੈ ਉਹ ਤੇ ਬੜੀ ਦੂਰ ਦੀ ਗੱਲ ਹੈ। ਪਹਿਲੀ ਗੱਲ ਤੇ ਹੈ ਵਿਚਾਰ ਵਟਾਂਦਰੇ ਦੀ ਕਿ ਅਸੀਂ ਖੁੱਲ੍ਹ ਕੇ ਅਕਲ ਦੇ ਨਾਲ, ਦਲੀਲ ਦੇ ਨਾਲ, ਆਰਗੂਮੈਂਟਸ ਦੇ ਨਾਲ ਅਸੀਂ ਗੱਲ ਕਰਨ ਦੀ ਸਾਨੂੰ ਵੀ ਇੱਥੇ ਅਜੇ ਤੀਕ ਆ ਗਿਆ ਨਹੀਂ ਹੈ। ਸੋ ਜਿਹੜਾ ਬੰਦਾ ਇੱਥੇ ਗੱਲ ਕਰਦਾ ਹੈ ਉਹ ਜਿਹੜਾ ਹੈ ਜਿਹੜੀ ਰਿਆਸਤੀ ਜਿਹੜੀ ਕਹਿਰ ਹੈ ਉਸ ਦਾ ਉਹ ਜਿਹੜਾ ਨਾ ਸ਼ਿਕਾਰ ਹੋ ਜਾਂਦਾ ਹੈ ਔਰ ਰਿਆਸਤ ਨੇ ਆਪਣੀ ਮਦਦ ਲਈ ਆਪਣੇ ਆਪ ਨੂੰ ਜਿਹੜਾ ਹੈ ਇਹਨਾਂ ਲਹਿਰਾਂ ਤੋਂ ਬਚਾਉਣ ਲਈ ਇੱਕ ਪੂਰੀ ਜਿਹੜੀਆਂ ਬਲਾਵਾਂ ਦੀ ਪੂਰੀ ਆਰਗੇਨਾਈਜੇਸ਼ਨ ਹੈ ਉਸ ਨੂੰ ਜਿਹੜਾ ਹੈ ਉਹਦੀ ਸਰਪ੍ਰਸਤੀ ਕਰਦੀ ਹੈ ਔਰ ਉਸ ਨੂੰ ਜਿਹੜਾ ਹੈ ਅੱਗੇ ਵਧਾਉਂਦੀ ਹੈ। ਮਸਲਨ ਇਹ ਜਿਹੜਾ ਵਾਕਿਆ ਇਸਰੇ ਵਾਲਾ ਵਾਕਿਆ ਹੈ, ਇਸ ਦੇ ਵਿੱਚ ਤੁਸੀਂ ਦੱਸੋ ਕਿ ਥਾਣੇ ਦੇ ਵਿੱਚ ਬੈਠ ਕੇ ਉਸ ਔਰਤ ਕੋਲੋਂ ਮਾਫੀ ਮੰਗਵਾਈ ਗਈ ਹੈ ਔਰ ਉਹਦੇ ਆਸੇ-ਪਾਸੇ ਪੁਲਿਸ ਵੀ ਹੈ ਔਰ ਵਿੱਚ 2-4 ਜਿਹੜੇ ਨੇ ਮੁੱਲਾ ਉਹ ਵੀ ਯਾਨੀ ਕਿ ਬੈਠੇ ਹੋਏ ਨੇ। तो इसका की मतलब है? इसका मतलब है कि सरकार ने मुलायत की हमायत की है,
ਉਸ ਨੇ ਜਿਹੜਾ ਹਕੀਕਤ ਹੈ ਉਸ ਦੀ ਤਰਫ ਉਸਨੇ, ਹਾਲਾਂਕਿ ਉਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਸੀ ਉਸ ਨੂੰ ਹਰਾਸਾ ਕਰਨ ਦਾ, ਉਸ ਨੂੰ ਹਬਸੇ ਬੇਜਾ ਦੇ ਵਿੱਚ ਰੱਖਣ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ ਸੀ। ਮੁਕੱਦਮਾ ਹੋਣ ਦੀ ਬਜਾਏ ਉਲਟਾ ਜਿਹੜਾ ਹੈ ਮੀਡੀਆ ਨੂੰ ਬੁਲਾ ਕੇ ਤੇ ਉਸ ਔਰਤ ਕੋਲੋਂ ਮਾਫੀ ਮੰਗਵਾਈ ਜਾ ਰਹੀ ਹੈ ਉਹਨਾਂ ਮੌਲਵੀਆਂ ਦੇ ਸਾਹਮਣੇ। ਤੋਂ ਇੱਥੋਂ ਰਿਆਸਤ ਜਿਹੜੀ ਹੈ ਉਹ ਬਿਲਕੁਲ ਨੰਗੀ ਚਿੱਟੀ ਹੋ ਕੇ ਜਿਹੜੀ ਹੈ ਉਹ ਬਿਲਕੁਲ ਸਾਹਮਣੇ ਆ ਗਈ ਹੈ। ਪਹਿਲੇ ਵੀ ਨੰਗੀ ਚਿੱਟੀ ਸੀ, ਲਿਹਾਜ਼ਾ ਇਸ ਦਾ ਜਿਹੜਾ ਨਾ ਵੇਲੇ ਕਵੇਲੇ ਇਜ਼ਹਾਰ ਹੁੰਦਾ ਰਹਿੰਦਾ ਹੈ। ਲੇਕਿਨ ਇਹਦਾ ਜਿਹੜਾ ਹੈ ਜਿਹੜਾ ਨੁਕਸਾਨ ਹੈ ਉਹ ਵੀ ਸਾਡੇ ਸਾਹਮਣੇ ਆ ਚੁੱਕਿਆ ਹੈ। ਸਾਡਾ ਸਮਾਜ ਹਰ ਤਰ੍ਹਾਂ ਜਿਹੜਾ ਹੈ ਉਹ ਤਬਾਹੀ ਦਾ ਸ਼ਿਕਾਰ ਹੋ ਗਿਆ, ਜ਼ਵਾਲ ਦਾ ਸ਼ਿਕਾਰ ਹੋ ਗਿਆ ਹੈ। ਅੱਜ ਪਾਕਿਸਤਾਨ ਦੇ ਵਿੱਚ ਕੋਈ ਬੰਦਾ ਐਸਾ ਨਹੀਂ ਜਿਹੜਾ ਸੋਚੀ ਨਾ ਪਿਆ ਹੋਵੇ। ਕਿਸੇ ਨੂੰ ਬਾਲਾਂ ਦੀ ਫੀਸ ਦੀ ਫਿਕਰ ਹੈ, ਕਿਸੇ ਨੂੰ ਬਿੱਲਾਂ ਦੀ ਫਿਕਰ ਹੈ, ਕਿਸੇ ਨੂੰ ਆਪਣੀ ਜਿਹੜੀ ਹੈ ਨਾ ਬਚਾਓ ਦੀ ਫਿਕਰ ਹੈ ਕਿ ਮੈਂ ਇੱਥੇ ਜਿਹੜਾ ਹੈ ਆਪਣੀ ਗੱਲ ਜਿਹੜੀ ਹੈ ਉਹ ਕਿਵੇਂ ਕਰਨੀ ਹੈ। ਕੋਈ ਵੀ ਨਾ ਕੋਈ ਪੱਤਰਕਾਰ ਇੱਥੇ ਮਹਿਫੂਜ਼ ਹੈ, ਨਾ ਕੋਈ ਇੱਥੇ ਜਿਹੜਾ ਸੋਚਣ ਸਮਝਣ ਵਾਲਾ ਬੰਦਾ ਹੈ ਉਹ ਮਹਿਫੂਜ਼ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਭ ਤੋਂ ਜ਼ਿਆਦਾ ਦੁਖੀ ਜਿਹੜਾ ਹੈ ਉਹ ਮਿਹਨਤ ਕਰਨ ਵਾਲਾ ਹੈ। ਔਰ ਨਾਲ ਇਹ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਮਿਹਨਤ ਕਰੋ, ਮਿਹਨਤ ਦੇ ਨਾਲ ਜਿਹੜਾ ਹੈ ਉਹ ਤੁਹਾਡਾ ਸੁਧਾਰ ਹੋ ਜਾਏਗਾ, ਤੁਹਾਡੀ ਵਧੋਤਰੀ ਹੋ ਜਾਏਗੀ, ਤੁਹਾਡੀ ਤਰੱਕੀ ਹੋ ਜਾਏਗੀ। ਲੇਕਿਨ ਅਸੀਂ ਵੇਖਦੇ ਹਾਂ ਇੱਥੇ ਕਿ ਲੋਕੀ 10-10 ਘੰਟੇ ਵੀ ਕੰਮ ਕਰ ਰਹੇ ਨੇ, 14-14 ਘੰਟੇ ਵੀ ਕੰਮ ਕਰ ਰਹੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ। ਉਹ ਇਸ ਲਈ ਪੂਰੀਆਂ ਨਹੀਂ ਹੋ ਰਹੀਆਂ ਕਿ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਲੁੱਟੀ ਜਾ ਰਹੀ ਹੈ। ਉਹਨਾਂ ਦੀ ਮਿਹਨਤ ਦਾ ਜਿਹੜਾ ਨਾ ਇਸਤਿਹਸਾਲ ਹੋ ਰਿਹਾ ਹੈ, ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁਆਵਜ਼ਾ ਜਿਹੜਾ ਹੈ ਉਹ ਨਹੀਂ ਮਿਲਦਾ। तो अगर वो मिलता होंदा तो उन्होंने जोड़े हालात ने वो सुधरे होंगे। दूसरे बन्ने ये जड़ा इन्होंने अफगान जहाज के सिलसिले के विच जड़ा नैट वर्क बनाया सी वो हुण वड्डे चौधरियां ने जड़ा है वो चुक लिया है। पहले तो वो इस बहाने इन्हां दी मदद कर दिंदे सन, हुण उन्होंने वो जिहड़ी है ना मदद करनी छड्ड दित्ती है और उन्होंने हुण इन्हां बलावां नूं कहा कि तुसीं आप ही कमाओ ते आप ही खाओ। हुण ना ये कमाउण जोगे ने, ना इन्होंने कोई हुनर सीखिया है, ना ये IT दे विच जड़ा है ਇਹ ਕੋਈ ਅੱਗੇ ਵਧੇ ਨੇ। ਜਦ ਕਿ ਅਸੀਂ ਵੇਖਦੇ ਹਾਂ ਕਿ ਸਾਡੇ ਜਿਹੜੇ ਆਂਢ ਗੁਆਂਢ ਦੇ ਲੋਕ ਨੇ ਉਹਨਾਂ ਨੇ ਆਪਣੇ ਬਾਲਾਂ ਨੂੰ ਪੜ੍ਹਾ ਕੇ ਆਪਣੇ ਹੁਨਰਮੰਦ ਬਣਾ ਕੇ ਉਹ ਤਰੱਕੀ ਵਾਲੇ ਜਿਹੜੇ ਨਾ ਪਾਸੇ ਟੁਰ ਗਏ ਨੇ। ਜਦ ਕਿ ਅਸੀਂ ਜਿਹੜਾ ਹੈ ਇੱਥੇ ਲੋਕਾਂ ਨੂੰ ਸਵਾਏ ਆਇਤਾਂ ਪੜ੍ਹਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ ਔਰ ਉਹਨਾਂ ਜਿਹੜਾ ਨਾ ਫਿਰ ਉਸ ਦਾ ਅਸਰ ਇਹ ਹੋਇਆ ਹੈ ਕਿ ਹਰ ਪਾਸੇ ਜਿਹੜਾ ਹੈ ਉਹ ਹਨੇਰਾ ਹੀ ਹਨੇਰਾ ਹੈ ਔਰ ਉਸ ਹਨੇਰੇ ਦੇ ਵਿੱਚ ਜਿਹੜਾ ਹੈ ਉਹ ਚਾਨਣ ਜਿਹੜਾ ਹੈ ਉਹ ਕਰਨ ਦੀ ਲੋੜ ਹੈ। और वो चानन जड़ा है वो किस तरह हो सकता है, इस दा वल इस दा ढंग जड़ा है वो भी वारिस शाह होरां ने सानू दसिया है। जिस तरह वो वारिस शाह दा रांझा जड़ा है वो सवाल खड़ा करता है और जिस सवाल वो कला मसन के एक बंदे के सामने नहीं करता बल्कि वो लुकाई के सामने करता है। असीं देखने कि मसीत के आले दुआले जड़े ने वो लोग इकट्ठे हुए ने और उस इकट्ठ के सामने जड़ा है उस मुल्ला नूं वो बेनकाब कर रहा है और मुल्ला ने जिस वेले देखिया कि वो बेनकाब हो रहा है तो उसने उस तो नसन का चारा किया है। यानी कि वो कुवत दसी है कि तुसी आवाम की कुवत के नाल गल कर सकते हो। मुल्ला जड़ा है वो रांझे के सवालों तो खौफजदा नहीं होया बल्कि रांझे ने जड़े उस लोग इकट्ठे किए ने उन्हां दे इकट्ठ तो खौफजदा होया है कि हैं कि इन्हां लोकां नूं जो मैं पढ़ाया सी ਇਹ ਜੇ ਰਾਂਝੇ ਦੇ ਨਾਲ ਮੇਰੀ ਇਹ ਬਹਿਸ ਜਾਰੀ ਰਹੀ ਤੇ ਇਹਨਾਂ ਦੇ ਮਨਾਂ ਦੇ ਵਿੱਚੋਂ ਮੇਰੀ ਜਿਹੜੀ ਅਕੀਦਤ ਹੈ ਉਹ ਮੁੱਕ ਜਾਣੀ ਹੈ। ਇਹਨਾਂ ਦੇ ਜ਼ਿਹਨਾਂ 'ਚ ਮੈਂ ਜਿਹੜਾ ਖੌਫ ਆਇਆ ਉਹ ਖੌਫ ਨਿਕਲ ਜਾਣਾ ਹੈ ਤੇ ਜਿਸ ਵੇਲੇ ਇਹ ਖੌਫ ਨਿਕਲ ਗਿਆ ਤੇ ਫਿਰ ਜਿਹੜਾ ਹੈ ਇਹਨਾਂ ਨੂੰ ਚਾਨਣ ਹੋ ਜਾਣਾ, ਇਹਨਾਂ ਨੂੰ ਆਪਣੇ ਦੋਸਤ ਤੇ ਦੁਸ਼ਮਣ ਦੀ ਤਮੀਜ਼ ਹੋ ਜਾਣੀ ਹੈ ਤੇ ਮੈਂ ਜਿਹੜਾ ਹੈ ਇਹਨਾਂ ਦਾ ਦੋਸਤ ਬਣ ਕੇ ਬੈਠਾ ਵਾਂ। ਫਿਰ ਮੈਂ ਇਹਨਾਂ ਨੂੰ ਲੱਗੇਗਾ ਕਿ ਮੈਂ ਇਹਨਾਂ ਦਾ ਦੁਸ਼ਮਣ ਆ ਤੇ ਫਿਰ ਇਹਨਾਂ ਨੇ ਆਪਣੇ ਦੁਸ਼ਮਣ ਨੂੰ ਜਿਹੜਾ ਹੈ ਉਹ ਨਹੀਂ ਛੱਡਣਾ। और ये गल हकी भी है कि लोगों ने जो ये सार होंगी है कि यह साडे हालात के जिम्मेदार कोई रब या भगवान या कोई माफौकुल फितरत ताकत नहीं हैगी बल्कि यह जिहड़े साडे उत्ते सवार लोग ने यही साडे हालात के जिम्मेदार ने। जो ही लोगों को ये सार हो जाती है वो फिर उठ खलोंदे ने और फिर उन्होंने सामने कोई फौज नहीं ठहर सकती, कोई एजेंसी नहीं ठहर सकती, कोई मुला नहीं ठहर सकता। बस लोड़ है वे कि जिहड़ी लोकां दी जिहड़ी ताकत है उस नूं जमा किया जाए। जिस तरह रांझे ने अपनी वंजली दे नाल उन्हां लोकां नूं जिहड़ा है वो जमा किया है और वारिस शाह ने वो जिहड़ी वंजली है उस नूं शऊर दा नाम दिता है। यानी कि लोकां दा जिहड़ा इकट्ठ है वो महज हजूम नहीं होना चाहिए बल्कि उन्हां दे वो सुचेत होने चाहिए ने, वो खबरदार होने चाहिए ने, वो चौकस होने चाहिए ने।
ਉਹ ਉਸ ਇਕੱਠ ਦਾ ਫਾਇਦਾ ਹੈ ਜਿਸ ਇਕੱਠ ਦੇ ਵਿੱਚ ਸਵਾਲ ਨਹੀਂ ਹੈ ਔਰ ਮਹਿਜ਼ ਜਿਹੜਾ ਹੈ ਲੜਾਈ ਪੜ੍ਹਾਈ ਤੇ ਝਗੜਾ ਤੇ ਨਾਅਰੇ ਨੇ। ਇਸ ਕਿਸਮ ਦੇ ਇਕੱਠ ਜਿਹੜੇ ਨੇ ਉਹ ਜਿਹੜੀ ਲੋਕਾਂ ਦੇ ਅੰਦਰ ਇੱਕ ਇਨਕਲਾਬੀ ਫਜ਼ਾ ਬਣ ਰਹੀ ਹੁੰਦੀ ਹੈ, ਉਸ ਨੂੰ ਵੀ ਉਹ ਜਿਹੜਾ ਨਾ ਘਟਾਉਂਦੇ ਨੇ, ਉਸ ਨੂੰ ਵੀ ਉਹ ਮਾਈਨਸ ਕਰਦੇ ਨੇ। ਸੋ ਲਿਹਾਜ਼ਾ ਕਈ ਵਾਰ ਹਕੂਮਤਾਂ ਆਪ ਹੀ ਜਿਹੜਾ ਹੈ ਇਹਨਾਂ ਲੋਕਾਂ ਦਾ ਗੁੱਸਾ ਕਢਾਉਣ ਲਈ ਇਕੱਠ ਦਾ ਜਿਹੜਾ ਹੈ ਉਹ ਪ੍ਰਬੰਧ ਕਰ ਦਿੰਦੀ ਹੈ। ਲੇਕਿਨ ਜਿਹੜੇ ਇਨਕਲਾਬੀ ਇਕੱਠ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਉਹਨਾਂ ਨੂੰ ਦੱਸਿਆ ਜਾਂਦਾ ਹੈ, ਉਹਨਾਂ ਨੂੰ ਸੁਚੇਤ ਬਣਾਇਆ ਜਾਂਦਾ ਹੈ, ਬਾਸ਼ਊਰ ਬਣਾਇਆ ਜਾਂਦਾ ਹੈ। ਤੋ ਸ਼ਊਰ ਦੀ ਤਾਕਤ ਦੇ ਨਾਲ ਜਿਹੜਾ ਹੈ ਉਹ ਤੁਸੀਂ ਇੱਥੇ ਚਾਨਣ ਲਿਆ ਸਕਦੇ ਹੋ। ਸ਼ਊਰ ਦੀ ਤਾਕਤ ਦੇ ਨਾਲ ਹੀ ਤੁਸੀਂ ਇੱਥੇ ਇਨਕਲਾਬ ਲਿਆ ਸਕਦੇ ਹੋ, ਕਿਉਂਕਿ ਇੱਥੇ ਜਿਹੜਾ ਕਬਜ਼ਾ ਹੋਇਆ ਹੈ, ਲੋਕਾਂ ਦੀ ਮਿਹਨਤ ਦਾ ਜਿਹੜਾ ਇਸਤਿਹਸਾਲ ਹੈ ਉਹ ਵੀ ਸ਼ਊਰ ਦੇ ਨਾਲ ਹੀ ਹੋਇਆ ਹੈ। ਜਿਹੜਾ ਹੁਕਮਰਾਨ ਤਬਕਾ ਹੈ ਉਸ ਨੇ ਆਪਣੇ ਅਦਾਰੇ ਉਸਾਰੇ ਹੋਏ ਨੇ ਔਰ ਉਹਨਾਂ ਅਦਾਰਿਆਂ ਦੇ ਵਿੱਚ ਸਟੱਡੀ ਕੀਤੀ ਜਾਂਦੀ ਹੈ ਕਿ ਲੋਕ ਹੁਣ ਕੀ ਸੋਚ ਰਹੇ ਨੇ। ਲੋਕਾਂ ਦੇ ਅੰਦਰ ਜਿਹੜਾ ਹੈ ਹੁਕਮਰਾਨਾਂ ਦੇ ਖਿਲਾਫ ਗੁੱਸਾ ਜਿਹੜਾ ਨਾ ਪੈਦਾ ਹੋ ਰਿਹਾ ਹੈ ਤੇ ਫਿਰ ਇਸ ਗੁੱਸੇ ਨੂੰ ਖਤਮ ਕਿਵੇਂ ਕਰਨਾ ਹੈ। ਉਹਨਾਂ ਦੇ ਇਹ ਜਿਹੜੇ ਅਦਾਰੇ ਨੇ ਬਰਾਬਰ ਜਿਹੜਾ ਹੈ ਉਹ ਕੰਮ ਕਰ ਰਹੇ ਹੁੰਦੇ ਨੇ। ਇਹੀ ਵਜ੍ਹਾ ਹੈ ਕਿ ਉਹਨਾਂ ਦਾ ਮੁਕਾਬਲਾ ਕਰਨ ਲਈ, ਇਨਕਲਾਬ ਲਿਆਉਣ ਲਈ, ਤਬਦੀਲੀ ਲਿਆਉਣ ਲਈ ਲੋਕ ਅਦਾਰੇ ਜਿਹੜੇ ਨੇ ਉਹਨਾਂ ਦੀ ਉਸਾਰੀ ਕਰਨੀ ਪਏਗੀ, ਕਿਉਂਕਿ ਇਦਾਰੇ ਦਾ ਮੁਕਾਬਲਾ ਇਦਾਰਾ ਹੀ ਕਰ ਸਕਦਾ ਹੈ, ਕੋਈ ਫਰਦ ਜਿਹੜਾ ਹੈ ਉਹ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇੱਥੇ ਜਿਹੜੀ ਮਸਜਿਦ ਹੈ ਇਹ ਇੱਕ ਇਦਾਰਾ ਹੈ, ਗਿਰਜਾ ਇੱਕ ਅਦਾਰਾ ਹੈ, ਜਿਹੜਾ ਮੰਦਰ ਹੈ ਉਹ ਇੱਕ ਇਦਾਰਾ ਹੈ। ਉਹਦੇ ਵਿੱਚ ਲੋਕਾਂ ਦੀ ਇੱਕ ਜ਼ਿਹਨੀ ਉਸਾਰੀ ਕੀਤੀ ਜਾਂਦੀ ਹੈ। ਸਕੂਲ ਇੱਕ ਅਦਾਰਾ ਹੈ, ਯੂਨੀਵਰਸਿਟੀ ਇੱਕ ਅਦਾਰਾ ਹੈ, ਕਾਲਜ ਇੱਕ ਅਦਾਰਾ ਹੈ। ਉਹਦੇ ਵਿੱਚ ਹੁਕਮਰਾਨ ਜਿਹੜੇ ਨੇ ਉਹ ਆਪਣੀ ਹਾਕਮੀਅਤ ਪੱਕੀ ਕਰਨ ਦਾ ਸਿਲੇਬਸ ਪੜ੍ਹਾਉਂਦੇ ਨੇ। ਉੱਥੇ ਲੋਕਾਂ ਦਾ ਜਿਹੜਾ ਨਾ ਜ਼ਿਹਨ ਬਣਾਇਆ ਜਾਂਦਾ ਹੈ। ਉਹਦੇ ਮੁਕਾਬਲੇ ਤੇ ਜਿਹੜੇ ਲੋਕ ਨੇ, ਜਿਸ ਤਰ੍ਹਾਂ ਵਾਰਿਸ ਸ਼ਾਹ ਦਾ ਜਿਹੜਾ ਰਾਂਝਾ ਹੈ ਉਹ ਆਇਆ ਹੈ, ਤੇ ਅਸੀਂ ਵੇਖਦੇ ਹਾਂ ਕਿ ਰਾਂਝੇ ਨੇ ਜਿੱਥੇ ਵੀ ਗੱਲ ਕੀਤੀ ਹੈ ਉਹ ਲੋਕਾਂ ਨੂੰ ਇਕੱਠਿਆਂ ਕਰਕੇ ਕੀਤੀ ਹੈ। ਉਹ ਗੱਲ ਜਿਹੜੀ ਹੈ ਉਹ ਸਾਹਮਣੇ ਬੰਦੇ ਨੂੰ ਨਹੀਂ ਸੁਣਾ ਰਿਹਾ, ਉਹ ਗੱਲ ਸੁਣਾ ਰਿਹਾ ਲੋਕਾਂ ਲਈ, ਕਿਉਂਕਿ ਰਾਂਝਾ ਜਿਹੜਾ ਹੈ ਉਹ ਲੋਕਾਂ ਦੇ ਵਿੱਚੋਂ ਹੈ। ਸੋ ਉਹ ਲੋਕ ਭਲੇ ਦੀ ਗੱਲ ਕਰ ਰਿਹਾ ਹੈ। ਸੋ ਜਿਸ ਵੇਲੇ ਲੋਕ ਭਲੇ ਦੀ ਗੱਲ ਤੁਸੀਂ ਕਰਨੀ ਹੈ ਤੇ ਉਹ ਫਿਰ ਲੋਕਾਂ ਦੇ ਵਿੱਚ ਕਰਨੀ ਹੈ। ਜਦੋਂ ਤੁਸੀਂ ਲੋਕਾਂ ਦੇ ਵਿੱਚ ਕਰੋਗੇ ਤੇ ਫਿਰ ਉਹਨਾਂ ਨੂੰ ਉਹਦੀ ਸਾਰ ਹੋਏਗੀ, ਉਹ ਗੱਲ ਉਹਨਾਂ ਤੱਕ ਪਹੁੰਚੇਗੀ। तो जिस वेले लोगों तक गल पहुँच गई तो यह पक्की गल है कि लोग अपना फायदा सोचते हैं और अपने फायदे लिए वो लड़ मरते हैं। लेकिन सवाल है वे कि लोग किनू अपना फायदा मानते हैं। बाद लोग जोड़े ने जो उन्होंने पढ़ाया गया है और जोड़े मैं इदारे दसे ने, मदरसा, स्कूल, कॉलेज, यह जो पढ़ा रहे हैं कि यह जिंदगी जी है फानी है, इस जिंदगी का कोई फायदा नहीं है, असल जिंदगी तो आखिर दी है। सो लिहाजा तू अपनी आखिरत जी है ना वो सवार, वो इस जिंदगी के बारे तो सोचता ही नहीं है। सो गल फायदे की है। दूसरे पासे वो सोच है जी ये गल करती है कि भाई ये जी जिंदगी फानी है, सवाल है कि इनू गुजारना किस तरह है। क्या इसनू हौके हावां दे नाल गुजारना है या इसनू किसी सुचजे ढंग दे नाल गुजारना है, इसनू खुशी नाल गुजारना है या गमी नाल गुजारना है, इसनू दुख नाल गुजारना है कि सुख नाल गुजारना है। सो भावें इंसान दे कोल चार पल ही नहीं, पर इस पल नूं जो बंदियां दी तरह गुजारे, सो उस बंदियां दी तरह गुजारन लई उस नूं फिर जिहड़ा है लोक भले दा जिहड़ा निज़ाम है वो निज़ाम जिहड़ा है वो बनाना पेगा, क्योंकि निज़ाम नूं बनाए बगैर ये मामला जिहड़े ने ये हल नहीं हो सकते। निज़ाम बनाने तो मुराद है वे कि उहदे मुकाबले ते इदारे बनाए जाण और फिर उन्हां अदारियां नूं जिहड़ा है वो मुनज़्ज़म होण और ये जिहड़े इदारे ने वो लोकां दी जिहड़ी पार्टी है, लोकां दी जिहड़ी संगत है वो करदी है। सो हर ये जिहड़ा साडा समाज है ये तबकाती समाज है और इस तबकाती समाज दे विच एक धड़ा वो है जिहड़ा कि इत्थे हुक्मरानी कर रहा है और वो हुक्मरानी इस वास्ते कर रहा है कि पैदावारी वसीले जिहड़े ने वो उस दे कब्जे दे विच ने और उसने ये जिहड़े कब्जे ने ये उसने कोई मेहनत करके नहीं कमाए हुए, बल्कि असी ये देखने कि ये कब्जे उन्होंने जड़े वड्डे चौधरी ने, जगत के जड़े चौधरी ने, उन्होंने एजेंटी करके, उन्होंने दलाली करके उसने ये हासिल किए हैं और फिर अगों उसने जड़ा है रियासत की मदद के नाल ये जड़े ने इन्हां ते जड़ा है वो कब्जा किया हुआ है। सो जब तक ये कब्जा नहीं छुड़ाया जाता उन्नी देर तक लोगों का भला नहीं हो सकता। किसान जड़ी फसल बीजता है उस दे उत्ते सारी मेहनत जड़ी है वो करता है, लेकिन उसका सारा का सारा लाभ जड़ा है
ਉਹ ਤੇ ਜਾਗੀਰਦਾਰ ਲੈ ਜਾਂਦਾ ਹੈ ਜਾਂ ਆੜ੍ਹਤੀ ਲੈ ਜਾਂਦਾ ਹੈ। तो किसान ਨੂੰ ਉਹਦੇ ਵਿੱਚੋਂ ਬਸ ਇੰਨਾ ਕੀ ਮਿਲਦਾ ਹੈ ਜਿਹਦੇ ਨਾਲ ਉਹ ਅਗਲੇ ਸਾਲ ਫਿਰ ਉਹਨਾਂ ਲਈ ਫਸਲ ਉਗਾਉਣ ਦਾ ਜਿਹੜਾ ਹੈ ਉਹ ਪ੍ਰਬੰਧ ਕਰ ਸਕੇ। ਸੋ ਇਹ ਜਿਹੜਾ ਹੈ ਆਪਣੇ ਆਪਣੇ ਮਫਾਦ ਦੀ ਗੱਲ ਹੈ। तो जिस ਵੇਲੇ ਲੋਕਾਂ ਨੂੰ ਇਹ ਸਾਰ ਆ ਗਈ ਕਿ ਸਾਡਾ ਮਫਾਦ ਇਹਦੇ ਵਿੱਚ ਹੈਗਾ ਕਿ ਅਸੀਂ ਇੱਕ ਹੋ ਜਾਈਏ, ਕਿਉਂਕਿ ਲੋਕ ਤਾਕਤ ਨੇ ਔਰ ਲੋਕਾਂ ਦੀ ਜਿਹੜੀ ਤਾਕਤ ਹੈ ਤਕਸੀਮ ਹੈ। ਇਹ ਜਿਹੜੀ ਤਕਸੀਮ ਹੈ ਮਜ਼ਹਬ ਦੀ ਸ਼ਕਲ ਦੇ ਵਿੱਚ ਵੀ ਹੈ, ਇਹ ਜਿਹੜੀ ਤਕਸੀਮ ਹੈ ਮੁਲਕਾਂ ਦੀ ਸ਼ਕਲ ਦੇ ਵਿੱਚ ਵੀ ਹੈ, ਸਰਹੱਦਾਂ ਦੀ ਸ਼ਕਲ ਦੇ ਵਿੱਚ ਵੀ ਹੈ, ਜ਼ਾਤ ਪਾਤ ਦੀ ਸ਼ਕਲ ਦੇ ਵਿੱਚ ਵੀ ਹੈ ਤੇ ਊਚ ਨੀਚ ਦੀ ਸ਼ਕਲ ਦੇ ਵਿੱਚ ਵੀ ਹੈ। तो जिस ਵੇਲੇ ਇਹ ਸਵਾਲ ਉੱਠਦਾ ਹੈ ਕਿ ਬੁੱਲਿਆ ਕੀ ਜਾਣਾ ਮੈਂ ਕੌਣ, ਇਹ ਸਵਾਲ ਜਦ ਤੱਕ ਲੋਕਾਂ ਦੇ ਜ਼ਿਹਨ 'ਚ ਨਹੀਂ ਉੱਠਦਾ ਕਿ ਮੈਂ ਕੌਣ ਹਾਂ, तो ਇਸ ਕੌਣ ਦੇ ਉੱਤੇ ਜਿਸ ਵੇਲੇ ਤੁਸੀਂ ਟੁਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕੁਛ ਵੀ ਨਹੀਂ ਹੈਗਾ, ਇਹ ਬਸ ਇੱਕ ਇਨਸਾਨ ਹੈ। ਔਰ ਇਹ ਇੱਕ ਇਨਸਾਨ ਹੈ, ਉਹ ਅਮਰੀਕਾ 'ਚ ਬੈਠਾ ਹੋਇਆ ਜਿਹੜਾ ਉਹ ਵੀ ਇਨਸਾਨ ਹੈ, ਪਾਕਿਸਤਾਨ ਦੇ ਵਿੱਚ ਜਿਹੜਾ ਬੈਠਾ ਉਹ ਵੀ ਇਨਸਾਨ ਹੈ, ਜਿਹੜਾ ਅਫਰੀਕਾ 'ਚ ਬੈਠਾ ਹੋਇਆ ਉਹ ਵੀ ਇਨਸਾਨ ਹੈ। ਬਾਕੀ ਸਾਰੀਆਂ ਵੰਡਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਤਕਸੀਮ ਕਰਨ ਲਈ ਇਹਨਾਂ ਨੇ ਬਣਾਈਆਂ ਹੋਈਆਂ ਨੇ ਤਾਂ ਕਿ ਇਹ ਜਿਹੜੀ ਤਾਕਤ ਹੈ ਇਸ ਨੂੰ ਤਕਸੀਮ ਕਰੋ ਤੇ ਇਹ ਹੁਕੂਮਤ ਕਰੋ। ਸੋ ਦੂਸਰੇ ਬੰਨੇ ਉਹ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਇਨਸਾਨ ਹੋ, ਭਾਵੇਂ ਕੋਈ ਸ਼ੀਆ ਹੈ, ਸੁन्नी ਹੈ, ਹਿੰਦੂ ਹੈ, ਮੁਸਲਮਾਨ ਹੈ, ਲੇਕਿਨ ਉਹ ਹੈ ਤੇ ਇਨਸਾਨ। ਉਸ ਦੀਆਂ ਜਿਹੜੀਆਂ ਲੋੜਾਂ ਨੇ, ਰੋਟੀ ਜਿਹੜੇ ਨੇ ਉਹ ਸਾਰੇ ਹੀ ਖਾਂਦੇ ਨੇ, ਸ਼ੀਆ ਵੀ ਰੋਟੀ ਖਾਂਦਾ, ਸੁन्नी ਵੀ ਰੋਟੀ ਖਾਂਦਾ, ਦੂਸਰਾ ਵੀ ਰੋਟੀ ਖਾਂਦਾ ਹੈ, ਉਹਨੂੰ ਵੀ ਭੁੱਖ ਲੱਗਦੀ ਹੈ। ਤੇ ਨਹੀਂ ਹੈਗਾ ਕਿ ਜਿਹੜਾ ਬ੍ਰਾਹਮਣ ਹੈਗਾ ਉਸ ਨੂੰ ਭੁੱਖ ਨਹੀਂ ਲੱਗਦੀ ਤੇ ਜਿਹੜਾ ਸ਼ੂਦਰ ਹੈ ਉਸ ਨੂੰ ਭੁੱਖ ਲੱਗਦੀ ਹੈ। ਭੁੱਖ ਸਭ ਨੂੰ ਲੱਗਦੀ ਹੈ, ਕੱਪੜਾ ਸਭ ਨੂੰ ਚਾਹੀਦਾ ਹੈ, ਔਰ ਬਾਕੀ ਜਿਹੜੀ ਤਾਲੀਮ ਹੈ ਸਭ ਨੂੰ ਚਾਹੀਦੀ ਹੈ, ਰਿਹਾਇਸ਼ ਜਿਹੜੀ ਹੈ ਸਭ ਨੂੰ ਚਾਹੀਦੀ ਹੈ, ਜ਼ਿੰਦਗੀ 'ਚ ਜਿਹੜੇ ਅੱਗੇ ਵਧਣ ਵਾਲੀਆਂ ਸਹੂਲਤਾਂ ਨੇ ਸਭ ਨੂੰ ਚਾਹੀਦੀਆਂ ਨੇ। ਤੇ ਜਦੋਂ ਇਹ ਸਭ ਨੂੰ ਚਾਹੀਦੀਆਂ ਨੇ ਤੇ ਫਿਰ ਇਹ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ? ਇਸ ਤਰ੍ਹਾਂ ਪੂਰੀਆਂ ਹੋਣਗੀਆਂ ਕਿ ਜਿਹੜਾ ਸਾਰੇ ਦਾ ਸਾਰਾ ਸਮਾਜ ਉਹ ਮਿਹਨਤ ਕਰੇਗਾ, ਉਹ ਮਿਹਨਤ ਕਰਕੇ ਇਹ ਚੀਜ਼ਾਂ ਪੈਦਾ ਕਰੇਗਾ। ਇੱਕ ਜਿਹੜਾ ਮੋਚੀ ਹੈ ਉਹ ਆਪਣਾ ਜੁੱਤੀ ਬਣਾਏਗਾ, ਕਿਸਾਨ ਜਿਹੜਾ ਫਸਲ ਗਾਏਗਾ, ਔਰ ਦੋਨੋਂ ਇੱਕ ਦੂਸਰੇ ਦੀ ਸੇਵਾ ਕਰਨਗੇ ਤੇ ਇੱਕ ਦੂਸਰੇ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨਗੀਆਂ। ਫਿਰ ਸਿਸਟਮ ਦੇ ਵਿੱਚ ਇਹ ਜਿਹੜੀ ਪੈਦਾਵਾਰ ਹੈ ਇਹ ਲੋਕਾਂ ਦੇ ਵਿੱਚ ਸਾਂਝੀ ਜਿਹੜੀ ਹੈ ਉਹ ਵਰਤਾਈ ਜਾਂਦੀ ਹੈ, ਲੋਕਾਂ ਦੀ ਜ਼ਰੂਰਤ ਦੇ ਮੁਤਾਬਕ ਜਿਹੜੀ ਹੈ ਉਹ ਵਰਤਾਈ ਜਾਂਦੀ ਹੈ। ਇਹ ਇੱਕ ਨਿਜ਼ਾਮ ਹੈ ਦੁਨੀਆ ਦੇ ਵਿੱਚ ਜਿਸ ਦਾ ਜਿਹੜਾ ਤਜਰਬਾ ਹੈ ਉਹ ਜਗਤ ਦੇ ਵਿੱਚ ਹੋ ਚੁੱਕਿਆ ਹੈ। ਸੋ ਲਿਹਾਜ਼ਾ ਇਹ ਕੋਈ ਅਨਹੋਣੀਆਂ ਗੱਲਾਂ ਨਹੀਂ ਹੈ, ਸਿਰਫ ਲੋੜ ਇਸ ਗੱਲ ਦੀ ਹੈਗੀ ਹੈ ਕਿ ਅਸੀਂ ਜੋ ਵੀ ਕਰੀਏ ਉਸ ਨੂੰ ਅਸੀਂ ਬਹਿਸ ਦੇ ਨਾਲ, ਦਲੀਲ ਦੇ ਨਾਲ ਤੇ ਆਰਗੂਮੈਂਟ ਦੇ ਨਾਲ ਜਿਹੜਾ ਹੈ ਉਹ ਗੱਲ ਕਰੀਏ। ਜਿਸ ਤਰ੍ਹਾਂ ਕਿ ਅਸੀਂ ਇਹ ਕਹਾਣੀ ਪੜ੍ਹ ਰਹੇ ਹਾਂ, ਇਸ ਦੇ ਵਿੱਚ ਇੱਕ ਪਾਸੇ ਲੋਕ ਜਿਹੜੇ ਨੇ ਉਹ ਆਰਗੂ ਦੇ ਨਾਲ ਗੱਲ ਕਰ ਰਹੇ ਨੇ, ਦੂਸਰੇ ਪਾਸੇ ਲੋਕ ਜਿਹੜੇ ਨੇ ਉਹ ਤਗਾਣੇ ਆਪਣੀ ਗੱਲ ਨੂੰ ਮਨਵਾਉਣ ਦਾ ਯਤਨ ਕਰ ਰਹੇ ਨੇ। ਤੇ ਮੈਨੂੰ ਆਸ ਹੈ ਕਿ ਅੱਜ ਦੀ ਇਹ ਜਿਹੜੀ ਗੱਲਬਾਤ ਹੈ ਇਸ ਨੂੰ ਤੁਸੀਂ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਨਾ ਤੁਸੀਂ ਆਪਣੀ ਰਾਏ ਜਿਹੜੀ ਹੈ ਉਹ ਜ਼ਰੂਰ ਦਿਓਗੇ। ਤੁਸੀਂ ਵੀ ਇਸ ਲਹਿਰ ਦਾ ਹਿੱਸਾ ਬਣੋ ਤੇ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ ਔਰ ਘੰਟੇ ਦਾ ਜਿਹੜਾ ਬਟਨ ਹੈ ਉਸ ਨੂੰ ਜ਼ਰੂਰ ਦਬਾਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।